Good morning, plus two class. Today we are continuing the same chapter, Indian economy on the eve of independence. Our topic is demographic profile during the British rule. ਬ੍ਰਿਟਿਸ਼ ਰੂਲ ਦੇ ਟਾਈਮ ਦੇ ਉੱਤੇ ਸਾਡਾ ਡੈਮੋਗ੍ਰਾਫਿਕ ਪ੍ਰੋਫਾਈਲ ਕਿੱਦਾਂ ਦਾ ਸੀ? ਡੈਮੋਗ੍ਰਾਫਿਕ ਪ੍ਰੋਫਾਈਲ ਦੇ ਵਿੱਚ ਅਸੀਂ ਬਰਥ ਰੇਟ, ਡੈਥ ਰੇਟ, ਇਨਫੈਂਟ ਮੋਰਟੈਲਿਟੀ, ਲਾਈਫ ਐਕਸਪੈਕਟੈਂਸੀ ਐਂਡ ਲਿਟਰੇਸੀ ਰੇਟ ਨੂੰ ਲੈ ਕੇ ਚੱਲਦੇ ਹਾਂ। ਐਂਡ ਬਰਥ ਰੇਟ ਐਂਡ ਡੈਥ ਰੇਟ, ਬਰਥ ਰੇਟ ਬਰਥ ਪਰ ਥਾਊਜ਼ੈਂਡਸ ਐਂਡ ਡੈਥ ਰੇਟ ਡੈਥ ਪਰ ਥਾਊਜ਼ੈਂਡਸ। ਉਸ ਟਾਈਮ ਸਾਡਾ ਜਿਹੜਾ ਬਰਥ ਰੇਟ ਅਤੇ ਡੈਥ ਰੇਟ ਦੋਨੋਂ ਬਹੁਤ ਹਾਈ ਸੀ। ਇਟਸ ਨੀਅਰਲੀ 48 ਪਰ ਥਾਊਜ਼ੈਂਡ ਬਰਥ ਰੇਟ ਸੀ ਐਂਡ 40 ਪਰ ਥਾਊਜ਼ੈਂਡ ਸਾਡਾ ਡੈਥ ਰੇਟ ਸੀ। ਐਂਡ ਬਰਥ ਰੇਟ ਅਤੇ ਡੈਥ ਰੇਟ ਜਦੋਂ ਹਾਈ ਹੁੰਦੇ ਆ, ਇਟ ਸ਼ੋਜ਼ ਦ ਮੈਸਿਵ ਪਾਵਰਟੀ ਇਨ ਇੰਡੀਆ। ਮਤਲਬ ਅਸੀਂ ਉਸ ਕੰਟਰੀ ਦੇ ਵਿੱਚ ਬਹੁਤ ਜ਼ਿਆਦਾ ਪਾਵਰਟੀ ਹੈ, ਦੈਟਸ ਵਾਈ ਸਾਡਾ ਜਿਹੜਾ ਬਰਥ ਰੇਟ ਹੈ ਉਹ ਵੀ ਹਾਈ ਹੈ ਅਤੇ ਡੈਥ ਰੇਟ ਹੈ ਜਿਹੜਾ ਉਹ ਵੀ ਹਾਈ ਹੈ। ਨੈਕਸਟ ਇਜ਼ ਇਨਫੈਂਟ ਮੋਰਟੈਲਿਟੀ ਰੇਟ। ਇਨਫੈਂਟ ਮੋਰਟੈਲਿਟੀ ਰੇਟ ਇਟਸ ਅ ਰੇਟ ਜਦੋਂ ਸਾਡੇ ਕੋਲ ਬਰਥ ਰੇਟ ਦੀ ਅਸੀਂ ਗੱਲ ਕਰਦੇ ਹਾਂ ਬਿਲੋ ਦਾ 1 ਈਅਰ ਮੋਰਟੈਲਿਟੀ। ਇਨਫੈਂਟ ਮੀਨਸ 1 ਸਾਲ ਤੋਂ ਛੋਟੇ ਬੱਚਿਆਂ ਨੂੰ ਅਸੀਂ ਲੈ ਕੇ ਚੱਲਦੇ ਹਾਂ। ਵਟ ਇਜ਼ ਦ ਬਰਥ ਰੇਟ ਆਫ ਦ ਚਿਲਡਰਨ ਬਿਲੋ ਦ ਏਜ ਆਫ 1 ਈਅਰ ਪਰ ਥਾਊਜ਼ੈਂਡ, ਉਹਨੂੰ ਅਸੀਂ ਇਨਫੈਂਟ ਮੋਰਟੈਲਿਟੀ ਰੇਟ ਕਹਿੰਦੇ ਹਾਂ। ਐਂਡ ਦਿਸ ਵਾਜ਼ ਆਲਸੋ ਵੈਰੀ ਹਾਈ। ਦਿਸ ਇਜ਼ ਨੀਅਰ ਅਬਾਊਟ 218 ਪਰ ਥਾਊਜ਼ੈਂਡ, ਜਦ ਕਿ ਇਸ ਟਾਈਮ ਦੇ ਉੱਤੇ ਦਿਸ ਇਜ਼ 32 ਪਰ ਥਾਊਜ਼ੈਂਡ। ਅਗਰ ਸਾਡਾ ਇਨਫੈਂਟ ਮੋਰਟੈਲਿਟੀ ਰੇਟ ਜ਼ਿਆਦਾ ਹੈ, ਇਟ ਮੀਨਸ ਇਟ ਸ਼ੋਜ਼ ਦ ਪੂਅਰ ਹੈਲਥ ਕੇਅਰ ਸਿਸਟਮ ਇਨ ਦ ਕੰਟਰੀ, ਕਿ ਸਾਡਾ ਜਿਹੜਾ ਪੂਅਰ ਹੈਲਥ ਕੇਅਰ ਸਿਸਟਮ ਹੈ, ਹੈਲਥ ਕੇਅਰ ਸਿਸਟਮ ਉਹ ਬਹੁਤ ਪੂਅਰ ਹੈ ਵਿਦ ਐਕਸਟ੍ਰੀਮ ਪਾਵਰਟੀ ਐਂਡ ਐਜ਼ ਵੈਲ ਪਾਵਰਟੀ ਵੀ ਹੈ। ਲਾਈਫ ਐਕਸਪੈਕਟੈਂਸੀ ਸਾਡੇ ਕੋਲ ਜਿਹੜੀ ਦੈਟ ਟਾਈਮ ਇਟ ਵਾਜ਼ 32 ਈਅਰਸ ਐਵਰੇਜ ਲਾਈਫ ਜਿਹਨੂੰ ਅਸੀਂ ਕਹਿੰਦੇ ਹਾਂ। ਇਨਫੈਂਟ ਮੋਰਟੈਲਿਟੀ ਰੇਟ ਜ਼ਿਆਦਾ ਸੀ, ਡੈਥ ਰੇਟ ਜ਼ਿਆਦਾ ਸੀ। ਬਿਕੋਜ਼ ਆਫ ਦੈਟ ਜਿਹੜੀ ਸਾਡੀ ਲਾਈਫ ਐਕਸਪੈਕਟੈਂਸੀ ਸੀ, ਅਸੀਂ ਇਹ ਨਹੀਂ ਕਹਿੰਦੇ ਕਿ 32 ਦੀ ਏਜ ਦੀ ਉੱਤੇ ਆ ਕੇ ਸਾਰੇ ਲੋਕਾਂ ਦੀ ਡੈਥ ਹੋ ਜਾਂਦੀ ਸੀ, 100 ਈਅਰਸ ਤੱਕ ਵੀ ਸਪੈਂਡ ਕਰਦੇ ਸੀ। ਬਟ ਐਵਰੇਜ ਜਿਹੜੀ ਅਸੀਂ ਲੈ ਕੇ ਚੱਲਦੇ ਹਾਂ ਦੈਟ ਵਾਜ਼ ਵੈਰੀ ਲੋ। ਇਟਸ 32 ਈਅਰਸ ਦੀ ਸੀ। ਨਾਓ ਇਟਸ ਨੀਅਰ ਅਬਾਊਟ 70 ਈਅਰਸ, 69.4 ਈਅਰਸ। ਇਟ ਮੀਨਸ ਸਾਡੇ ਕੋਲ ਹੈਲਥ ਕੇਅਰ ਫੈਸਿਲਿਟੀਜ਼ ਨਹੀਂ ਹੈ ਔਰ ਲੋਕਾਂ ਨੂੰ ਅਵੇਅਰਨੈਸ ਨਹੀਂ ਹੈਗੀ ਕਿ ਅਸੀਂ ਆਪਣੇ ਜਿਹੜੇ ਮੀਨਸ ਹੈ ਜਾਂ ਸਾਡੇ ਕੋਲ ਸੋਰਸਿਸ ਹੈ ਉਹਨਾਂ ਨੂੰ ਅਸੀਂ ਕਿੱਦਾਂ ਯੂਟੀਲਾਈਜ਼ ਕਰਨਾ। ਨੈਕਸਟ ਇਜ਼ ਦ ਲਿਟਰੇਸੀ ਰੇਟ। ਲਿਟਰੇਸੀ ਰੇਟ ਮੀਨਸ ਇਟ ਰੈਫਰਸ ਟੂ ਦੋਜ਼ ਹੂ ਕੈਨ ਰੀਡ ਐਂਡ ਰਾਈਟ and it was nearly about 16%, which shows the backwardness, social backwardness means the society ਸਾਡੀ backward ਹੈ ਔਰ ਬੱਚਿਆਂ ਨੂੰ ਪੜ੍ਹਨ ਦੇ ਲਈ ਸੈਂਡ ਨਹੀਂ ਕਰ ਰਹੀ ਗੀ ਸਕੂਲਸ ਦੇ ਵਿੱਚ। ਐਂਡ ਮੋਰ ਓਵਰ it was indicating gender biased society, it was 16%, but ਅਗਰ ਅਸੀਂ ਫੀਮੇਲ ਦੀ ਲਿਟਰੇਸੀ ਰੇਟ ਦੇਖਦੇ ਹਾਂ then it was 7% only। ਤਾਂ ਸਾਡਾ ਜਿਹੜਾ ਫੀਮੇਲ ਲਿਟਰੇਸੀ ਰੇਟ ਸੀ ਉਹ 16% ਇਕਨੋਮਿਕ ਜਿਹੜਾ ਸਾਡੀ ਪੂਰੀ ਟੋਟਲ ਇਕੋਨਮੀ ਦਾ ਸੀ ਉਹਦੇ ਨਾਲੋਂ ਵੀ ਜ਼ਿਆਦਾ, ਬਹੁਤ ਜ਼ਿਆਦਾ ਘੱਟ ਸੀ। ਇਟ ਵਾਜ਼ ਓਨਲੀ 7%। ਐਂਡ ਦੈਨ ਡੈਮੋਗ੍ਰਾਫਿਕ ਟ੍ਰਾਂਜੀਸ਼ਨ ਮੀਨਸ ਸਾਡੇ ਕੋਲ ਅਸੀਂ ਇੰਡੀਆ ਦੇ ਵਿੱਚ ਕਿੱਦਾਂ ਦੇ ਸਾਡਾ ਸਾਰਾ ਦਾ ਸਾਰਾ ਸਟਰਕਚਰ ਸੀ। ਡੈਮੋਗ੍ਰਾਫਿਕ ਟ੍ਰਾਂਜੀਸ਼ਨ 1921 ਇਟ ਵਾਜ਼ ਰਿਗਾਰਡਡ ਐਜ਼ ਦ ਈਅਰ ਆਫ ਗ੍ਰੇਟ ਡਿਵਾਈਡ। ਇਸ ਨੂੰ ਅਸੀਂ ਗ੍ਰੇਟ ਡਿਵਾਈਡ ਕਿਹਾ ਬਿਕੋਜ਼ ਬਿਫੋਰ ਦਿਸ ਜਿਹੜੀ ਸਾਡੀ ਪਾਪੂਲੇਸ਼ਨ ਸੀ ਉਹ ਕਦੇ ਵੀ ਕੰਸਿਸਟੈਂਟ ਨਹੀਂ ਸੀ। ਮੀਨਸ ਕਦੇ ਫਲਕਚੁਏਸ਼ਨ ਸੀਗੀਆਂ ਉਹਦੇ ਵਿੱਚ, ਕਦੇ ਅਪ ਹੁੰਦੀ ਸੀ ਕਦੇ ਡਾਊਨ ਹੁੰਦੀ ਸੀ। ਮੀਨਸ ਜਾਂ ਤਾਂ ਪਾਪੂਲੇਸ਼ਨ ਇਨਕਰੀਜ਼ ਹੋ ਜਾਂਦੀ ਸੀ ਜਾਂ ਡਿਕਰੀਜ਼ ਹੋ ਜਾਂਦੀ ਸੀ। ਔਰ ਸਾਨੂੰ ਇਨਕਰੀਜ਼ ਡਿਕਰੀਜ਼ ਦਾ ਕਿੱਦਾਂ ਪਤਾ ਲੱਗਦਾ? ਥਰੂ ਦਾ ਪਾਪੂਲੇਸ਼ਨ ਸੈਂਸਸ ਐਵਰੀ 10 ਈਅਰਸ ਜਦੋਂ ਅਸੀਂ ਆਪਣੀ ਪਾਪੂਲੇਸ਼ਨ ਨੂੰ ਰਿਕਾਰਡ ਕਰਦੇ ਹਾਂ। ਐਸਟੀਮੇਸ਼ਨ ਆਫ ਪਾਪੂਲੇਸ਼ਨ ਸਾਈਜ਼ ਨੂੰ ਐਸਟੀਮੇਟ ਕਰਨ ਦੇ ਲਈ ਅਸੀਂ ਪਾਪੂਲੇਸ਼ਨ ਸੈਂਸਸ ਨੂੰ ਕਰਦੇ ਹਾਂ ਅਲੋਂਗ ਵਿਦ ਦ ਕੰਪਲੀਟ ਡੈਮੋਗ੍ਰਾਫਿਕ ਪ੍ਰੋਫਾਈਲ ਆਫ ਦ ਕੰਟਰੀ। ਅਤੇ ਸਾਨੂੰ ਉਹਦਾ ਡੈਮੋਗ੍ਰਾਫਿਕ ਪ੍ਰੋਫਾਈਲ ਸੈਂਸਸ ਦੇ ਟਾਈਮ ਦੇ ਉੱਤੇ ਸਾਨੂੰ ਉਹ ਕਿੰਨੇ ਪਰਸਨਸ ਦੀ ਡੈਥ ਹੋ ਗਈ, ਕਿੰਨੇ ਨਿਊ ਬੋਰਨ ਬੇਬੀਜ਼ ਹੈ, ਤਾਂ 18 ਈਅਰਸ ਦੀ ਏਜ ਤੱਕ ਕਿੰਨੇ ਆ, ਕੀ ਸਟੱਡੀ ਕਰਦੇ, ਉਹ ਸਾਰੀ ਚੀਜ਼ ਨੂੰ ਰਿਕਾਰਡ ਕਰਦੇ ਆ। ਸਭ ਤੋਂ ਫਸਟ ਟਾਈਮ ਬ੍ਰਿਟਿਸ਼ ਰੂਲ ਦੇ ਵਿੱਚ 1881 ਦੇ ਵਿੱਚ ਰਿਕਾਰਡ ਕੀਤਾ ਗਿਆ। ਦੈਨ ਆਫਟਰ ਦੈਟ ਐਵਰੀ 10 ਈਅਰਸ ਤੋਂ ਬਾਅਦ ਅਸੀਂ ਇਹਨੂੰ ਕੰਡਕਟ ਕਰਦੇ ਹਾਂ। 1921 ਤੋਂ ਪਹਿਲਾਂ ਕਦੇ ਵੀ ਕੰਸਿਸਟੈਂਸ ਨਹੀਂ, ਮੀਨ ਫਲਕਚੁਏਸ਼ਨਸ ਆਉਂਦੀਆਂ ਸੀ। ਇੱਕ ਸੈਂਸਸ ਦੇ ਵਿੱਚ ਇਨਕਰੀਜ਼ ਹੋ ਜਾਂਦੀ ਸੀ ਪਾਪੂਲੇਸ਼ਨ ਐਂਡ ਸੈਕਿੰਡ ਦੇ ਵਿੱਚ ਡਿਕਰੀਜ਼ ਹੋ ਜਾਂਦੀ ਸੀ। ਬਟ ਆਫਟਰ 1921 ਪਾਪੂਲੇਸ਼ਨ ਦੇ ਵਿੱਚ
ਕੰਸਿਸਟੈਂਟ ਰਾਈਜ਼ ਹੈ ਜਿਹੜਾ ਉਹ ਅਸੀਂ ਕੀਤਾ। ਹੇਅਰ ਦੇ ਹੈਵ ਗਿਵਨ ਸਮ ਡਾਟਾ। 1901 ਦੇ ਵਿੱਚ ਡਿਕਲਾਈਨ ਸੀ 0.04 ਕਰੋੜਸ ਦਾ, ਐਂਡ 11 ਦੇ ਵਿੱਚ ਜਾ ਕੇ ਇਹਨਾਂ ਨੇ ਰਾਈਜ਼ ਸ਼ੋ ਕੀਤਾ ਹੈ 1.38 ਦਾ। 21 ਤੋਂ ਦੇ ਵਿੱਚ ਅਗੇਨ ਡਿਕਲਾਈਨ, ਬਟ 21 onwards population of in India was never declined। ਇੰਡੀਆ ਦੇ ਵਿੱਚ ਸਿੰਸ 1921 ਕਦੇ ਵੀ ਕੋਈ ਡਿਕਲਾਈਨ ਆਇਆ ਹੀ ਨਹੀਂ ਆ, ਕੰਸਿਸਟੈਂਟ ਰਾਈਜ਼ ਸੀ। ਮੀਨਸ ਉਸ ਤੋਂ ਬਾਅਦ ਪਾਪੂਲੇਸ਼ਨ ਲਗਾਤਾਰ ਰਾਈਜ਼ ਕਰਦੀ ਗਈ। ਦੇ ਹੈਵ ਰਿਕਾਰਡਡ ਸਮ ਡਾਟਾ ਆਲਸੋ। 31 ਦੇ ਵਿੱਚ 2.76 ਦਾ ਰਾਈਜ਼ ਸੀ, 41 ਦੇ ਵਿੱਚ 3.96 ਐਂਡ 1951 ਦੇ ਵਿੱਚ 4.24 ਕਰੋੜਸ ਦਾ, ਐਂਡ ਸੋ ਔਨ। ਮੀਨਸ ਜਿਹੜਾ ਰਾਈਜ਼ ਹੈ, ਰਾਈਜ਼ ਵੀ ਇਨਕਰੀਜ਼ ਕਰ ਰਿਹਾ। that is also increasing at the increasing rate। 2.76, 3.96, 2.24, 4.24, then it's also increasing। and what it shows, ਸਾਡੀ ਜਿਹੜੀ ਲਗਾਤਾਰ ਪਾਪੂਲੇਸ਼ਨ ਰਾਈਜ਼ ਕਰ ਰਹੀ ਹੈ, this led to the excessive burden of maintenance investment। ਮੇਨਟੇਨੈਂਸ ਇਨਵੈਸਟਮੈਂਟ ਉਹ ਵਾਲੀ ਇਨਵੈਸਟਮੈਂਟ ਹੁੰਦੀ ਹੈ ਜਿਹੜੀ ਅਸੀਂ ਆਪਣੀ ਇਕੋਨਮੀ ਨੂੰ ਮੇਨਟੇਨ ਕਰਨ ਦੇ ਲਈ, ਪਾਪੂਲੇਸ਼ਨ ਨੂੰ ਮੇਨਟੇਨ ਕਰਨ ਦੇ ਲਈ ਅਸੀਂ ਯੂਜ਼ ਕਰਦੇ ਹਾਂ। ਔਰ ਦੂਸਰੇ ਸਾਈਡ 'ਤੇ ਸਾਡੇ ਕੋਲ ਗਰੋਥ ਓਰੀਐਂਟਡ ਇਨਵੈਸਟਮੈਂਟ ਹੁੰਦੀ ਆ। ਗਰੋਥ ਓਰੀਐਂਟਡ ਇਨਵੈਸਟਮੈਂਟ ਜਿਹੜੀ ਅਸੀਂ ਇਨਫਰਾਸਟਰਕਚਰ ਦੇ ਉੱਤੇ ਯੂਟੀਲਾਈਜ਼ ਕਰਦੇ ਹਾਂ। ਦਿਸ ਇਜ਼ ਜਸਟ ਟੂ ਮੇਨਟੇਨ ਦਾ ਸੁਸਾਇਟੀ। ਤਾਂ ਸਾਡੀ ਸੁਸਾਇਟੀ ਨੂੰ ਮੇਨਟੇਨ ਕਰਨ ਦੇ ਲਈ, ਐਂਡ ਮੇਨਟੇਨੈਂਸ ਇਨਵੈਸਟਮੈਂਟ ਇਜ਼ ਹਾਈ ਐਜ਼ ਕੰਪੇਅਰ ਟੂ ਗਰੋਥ ਓਰੀਐਂਟਡ ਇਨਵੈਸਟਮੈਂਟ, ਉਹ ਸਾਡੀ ਬਹੁਤ ਲੋ ਸੀ, ਵਿਚ ਸ਼ੋਜ਼ ਦਾ ਬੈਕਵਰਡਨੈਸ ਆਫ ਦਾ ਕੰਟਰੀ। ਅਗਰ ਸਾਡੀ ਮੇਨਟੇਨੈਂਸ ਇਨਵੈਸਟਮੈਂਟ ਹਾਈ ਹੈ ਔਰ ਉਹਦੇ ਨਾਲ ਸਾਡੀ ਇਕੋਨਮੀ ਦੀ ਸਟੈਗਨੇਸ਼ਨ, ਸਾਡੀ ਇਕੋਨਮੀ ਦੀ ਬੈਕਵਰਡਨੈਸ ਸ਼ੋ ਹੁੰਦੀ ਹੈ। 1951 ਤੱਕ ਜਿਹੜੀ ਸਾਡੀ ਪਾਪੂਲੇਸ਼ਨ ਸੀ ਉਹ ਕਦੇ ਇੰਨੀ ਜ਼ਿਆਦਾ ਨਹੀਂ ਸੀ ਜਿਹਨੂੰ ਅਸੀਂ ਅਲਾਰਮਿੰਗ ਸਿਚੁਏਸ਼ਨ ਦੇ ਵਿੱਚ ਕਹਿ ਸਕੀਏ। ਬਟ ਆਫਟਰ 1991 ਇਟ ਵਾਜ਼ ਐਕਸਪਲੋਸਿਵ ਇਨ ਨੇਚਰ। ਮੀਨਸ ਇੰਨਾ ਜ਼ਿਆਦਾ ਹੋਣਾ ਸ਼ੁਰੂ ਹੋ ਗਿਆ ਕਿ ਅਲਾਰਮਿੰਗ ਕੰਡੀਸ਼ਨਸ ਦੇ ਉੱਤੇ ਪਹੁੰਚ ਗਈ ਸੀ। 1971 ਦਾ ਜਦੋਂ ਸੈਂਸਸ ਹੋਇਆ ਸੀ ਤਾਂ ਉਸ ਟਾਈਮ ਅਸੀਂ ਉਸ ਸੈਂਸਸ ਨੂੰ ਪਾਪੂਲੇਸ਼ਨ ਐਕਸਪਲੋਜ਼ਨ ਦਾ ਨਾਮ ਦਿੰਦੇ ਹਾਂ, ਕਿਉਂਕਿ ਪਾਪੂਲੇਸ਼ਨ ਇੰਨੀ ਜ਼ਿਆਦਾ ਰਾਈਜ਼ ਕਰ ਗਈ ਜਿੱਥੇ ਸਾਨੂੰ ਇਹ ਲੱਗਦਾ ਸੀਗਾ ਕਿ ਸ਼ਾਇਦ ਕੋਈ ਬੋਂਬ ਐਕਸਪਲੋਡ ਹੁੰਦਾ, ਜਿਵੇਂ ਬੋਂਬ ਫਟਦਾ ਹੈ, ਤਾਂ ਸੇਮ ਵੇ ਦੇ ਵਿੱਚ ਸਾਡੀ ਪਾਪੂਲੇਸ਼ਨ ਰਾਈਜ਼ ਹੋ ਗਈ ਸੀ। ਡਿਊ ਟੂ ਦਾ ਇਨਕਰੀਜ਼ਡ ਹੈਲਥ ਕੇਅਰ ਸਿਸਟਮ ਸਾਡੇ ਇਨਫੈਂਟ ਮੋਰਟੈਲਿਟੀ ਰੇਟ ਘੱਟ ਗਿਆ, ਹੈਲਥ ਕੇਅਰ ਸਿਸਟਮ ਇੰਪਰੂਵ ਹੋ ਗਿਆ। ਪਹਿਲਾਂ ਬਰਥ ਰੇਟ ਪਹਿਲਾਂ ਵੀ ਬਹੁਤ ਸੀ, ਬਟ ਬਰਥ ਰੇਟ ਸਾਡਾ ਸੇਮ ਰਿਹਾ, ਡੈਥ ਰੇਟ ਸਾਡਾ ਜਿਹੜਾ ਡਿਕਲਾਈਨ ਹੋ ਗਿਆ, ਤਾਂ ਉਹਦੇ ਕਰਕੇ ਸਾਡੀ ਜਿਹੜੀ ਪਾਪੂਲੇਸ਼ਨ ਹੈ ਉਹ ਐਕਸਪਲੋਸਿਵ ਨੇਚਰ ਦੇ ਵਿੱਚ ਪਹੁੰਚ ਗਈ। ਆਕੂਪੇਸ਼ਨ ਸਟਰਕਚਰ ਔਨ ਦਾ ਈਵ ਆਫ ਇੰਡੀਪੈਂਡੈਂਸ। ਸਾਡਾ ਆਕੂਪੇਸ਼ਨ ਸਟਰਕਚਰ ਕਿੱਦਾਂ ਦਾ ਸੀ? ਆਕੂਪੇਸ਼ਨ ਸਟਰਕਚਰ it refers to distribution of working population across the primary, secondary and tertiary sectors। ਆਪਣੀ ਅਸੀਂ ਪਾਪੂਲੇਸ਼ਨ ਨੂੰ ਪ੍ਰਾਇਮਰੀ ਸੈਕਟਰ ਦੇ ਵਿੱਚ ਕਿੰਨੀ ਪਾਪੂਲੇਸ਼ਨ ਇੰਗੇਜਡ ਹੈ, ਸੈਕੰਡਰੀ ਦੇ ਵਿੱਚ ਕਿੰਨੀ ਇੰਗੇਜਡ ਹੈ, ਟਰਸ਼ਰੀ ਸੈਕਟਰ ਦੇ ਵਿੱਚ ਕਿੰਨੀ ਇੰਗੇਜਡ ਹੈ, ਜਦੋਂ ਅਸੀਂ ਉਸ ਨੂੰ ਡਿਸਟਰੀਬਿਊਟ ਕਰਦੇ ਹਾਂ ਜਾਂ ਸ਼ੋ ਕਰਦੇ ਹਾਂ, ਦੈਟ ਇਜ਼ ਨੋਨ ਐਜ਼ ਦਾ ਆਕੂਪੇਸ਼ਨਲ ਸਟਰਕਚਰ। Here one pie chart is given। If we are looking at the pie chart, blue sector, blue area, it shows the primary sector and 72.7% population was engaged in primary sector, and red area, it's a secondary sector, 10% population, and tertiary sector 17.2% population was engaged in services। service sector ਸਾਡੇ ਕੋਲੇ ਆ ਜਾਂਦਾ ਹੈ। and primary sector includes agriculture labor, forestry, fisheries, animal husbandry, plantation and mining। all the sectors are considered under primary sector। 50% population was engaged in agriculture, 19% agriculture labor, means nearly 70% population was engaged in agriculture only। forestry, fisheries, animal husbandry 2.4% and mining it's a 0.6%। secondary sectors ਦੇ ਵਿੱਚ ਅਸੀਂ two sectors involved ਕਰਦੇ ਹਾਂ, primary small scale industries and building construction।
ਸਮੋਲ ਐਂਡ ਲਾਰਜ ਸਕੇਲ ਇੰਡਸਟਰੀਜ਼ ਦੇ ਵਿੱਚ ਮੀਨਸ ਇੰਡਸਟਰੀਜ਼ ਦੇ ਵਿੱਚ 9% ਐਂਡ ਬਿਲਡਿੰਗ ਕੰਸਟਰਕਸ਼ਨ ਇਟ ਇਜ਼ ਆਲਸੋ ਅ ਪਾਰਟ ਆਫ ਸੈਕੰਡਰੀ ਬਿਕੋਜ਼ ਇੱਥੇ ਕੁਝ ਕੰਸਟਰਕਟ ਹੋ ਰਿਹਾ। ਜਦੋਂ ਮੈਨੂਫੈਕਚਰਿੰਗ ਦੀ ਅਸੀਂ ਗੱਲ ਕਰਦੇ ਹਾਂ ਤਾਂ ਮੈਨੂਫੈਕਚਰਿੰਗ ਸੈਕੰਡਰੀ ਸੈਕਟਰ ਦੇ ਵਿੱਚ ਆ ਜਾਂਦਾ। ਇਟ ਵਾਜ਼ 1.1%। ਟਰਸ਼ਰੀ ਸੈਕਟਰ ਸਰਵਿਸ ਸੈਕਟਰ ਆ ਜਾਂਦਾ। ਟ੍ਰੇਡ ਐਂਡ ਕਮਰਸ 5.2, ਟਰਾਂਸਪੋਰਟ ਸਟੋਰੇਜ ਐਂਡ ਕਮਿਊਨੀਕੇਸ਼ਨ ਇਟਸ 1.4 ਐਂਡ ਅਦਰ ਸਰਵਿਸਿਜ਼ ਦੇ ਵਿੱਚ 10% ਪਾਪੂਲੇਸ਼ਨ ਇੰਗੇਜਡ ਇਨ ਟੋਟਲ 17% ਪਾਪੂਲੇਸ਼ਨ ਵਾਜ਼ ਇੰਗੇਜਡ ਇਨ ਟਰਸ਼ਰੀ ਸੈਕਟਰ। ਕਿਸੇ ਵੀ ਕੰਟਰੀ ਦਾ ਡੈਮੋਗ੍ਰਾਫਿਕ ਪ੍ਰੋਫਾਈਲ ਜਾਂ ਅਸੀਂ ਆਕੂਪੇਸ਼ਨਲ ਸਟਰਕਚਰ ਨੂੰ ਦੇਖ ਕੇ ਅਸੀਂ ਦੱਸ ਸਕਦੇ ਹਾਂ ਕਿ ਉਹ ਕੰਟਰੀ ਡਿਵੈਲਪ ਹੈ, ਡਿਵੈਲਪਿੰਗ ਹੈ ਜਾਂ ਬੈਕਵਰਡ ਹੈ। ਅਗਰ ਸਾਡੀ ਮੇਜਰ ਪਰਸੈਂਟ ਸੈਕੰਡਰੀ ਐਂਡ ਟਰਸ਼ਰੀ ਸੈਕਟਰ ਦੇ ਵਿੱਚ ਆ ਰਹੀ ਹੈ ਇਟ ਮੀਨਸ ਉਹ ਡਿਵੈਲਪ ਇਕੋਨਮੀ ਹੈ ਔਰ ਬਹੁਤ ਘੱਟ ਪਾਪੂਲੇਸ਼ਨ ਐਗਰੀਕਲਚਰ ਦੇ ਵਿੱਚ ਹੈ। ਜਿੰਨਾ ਸਾਡਾ ਸੈਕੰਡਰੀ ਸੈਕਟਰ ਅਤੇ ਟਰਸ਼ਰੀ ਸੈਕਟਰ ਡਿਵੈਲਪ ਹੋਏਗਾ ਉਹ ਸਾਡੀ ਡਿਵੈਲਪ ਹੋਏਗਾ ਤਾਂ ਉਹ ਸਾਡੀ ਮਾਡਰਨਾਈਜੇਸ਼ਨ ਨੂੰ ਸ਼ੋ ਕਰਦਾ ਕਿ ਸਾਡੇ ਕੋਲ ਅਸੀਂ ਕਿੰਨੇ ਬੈਲੈਂਸਡ ਵੇ ਦੇ ਨਾਲ ਆਪਣੀ ਇਕੋਨਮੀ ਨੂੰ ਚਲਾ ਰਹੇ ਹਾਂ। ਐਗਰੀਕਲਚਰ ਸੈਕਟਰ ਦਾ ਪ੍ਰਿੰਸੀਪਲ ਸੋਰਸ ਆਫ ਆਕੂਪੇਸ਼ਨ ਐਟ ਦਾ ਟਾਈਮ ਆਫ ਇੰਡੀਪੈਂਡੈਂਸ। ਸਭ ਤੋਂ ਜ਼ਿਆਦਾ ਸਾਡੀ ਜਿਹੜੀ ਡਿਪੈਂਡੈਂਸ ਸੀ ਇਟ ਵਾਜ਼ 72% ਔਰ ਐਗਰੀਕਲਚਰ ਦੇ ਵਿੱਚ ਸੀ। ਵੇਅਰ ਐਜ਼ ਅਦਰ ਐਡਵਾਂਸ ਕੰਟਰੀਜ਼ ਆਫ ਦ ਵਰਲਡ ਲਾਈਕ ਇੰਗਲੈਂਡ ਅਮੈਰੀਕਾ ਦੇ ਵਰ ਹੈਵਿੰਗ 2%, Japan 12% and Germany 4% occupation population depend on agriculture। ਇਹਨਾਂ economies ਦੇ ਵਿੱਚ just near about 10% or less than 10% population ਹੈ ਜਿਹੜੀ ਐਗਰੀਕਲਚਰ ਦੇ ਵਿੱਚ ਇੰਗੇਜ ਹੈ ਵੇਅਰ ਐਜ਼ ਇਨ ਇੰਡੀਆ ਇਟ ਵਾਜ਼ 70%। It shows the backwardness of the Indian economy at the time of independence. Industry, an insignificant source of occupation। Insignificant क्यों है? Because only 10% population was engaged in this। 10% और ਉਹਦੇ ਵਿੱਚੋਂ ਵੀ 9% in a small and large scale industries and 1.1% in a construction business। ਅਗਰ ਸਾਡਾ ਇੱਥੇ population ਘੱਟ ਹੈ it means it shows the backwardness of the economy। ਅਨਬੈਲੈਂਸਡ ਗਰੋਥ। ਅਨਬੈਲੈਂਸਡ ਮੀਨਸ ਸਾਰੇ ਜਦੋਂ ਸੈਕਟਰਸ ਹੈ ਉਹ ਇਕੁਅਲੀ ਡਿਵੈਲਪ ਨਹੀਂ ਹੁੰਦੇ ਤਾਂ ਉਹਨੂੰ ਅਸੀਂ ਅਨਬੈਲੈਂਸਡ ਗਰੋਥ ਦੀ ਗੱਲ ਕਰਦੇ ਹਾਂ। ਤਾਂ ਸਾਡੀ ਜਿਹੜੀ ਲੋਪਸਾਈਡਡ ਗਰੋਥ ਸੀ ਔਰ ਇਟ ਸ਼ੋਜ਼ ਦ ਬੈਕਵਰਡਨੈਸ। ਲੋਪਸਾਈਡਡ ਬਿਕਾਜ਼ 72% was engaged in agriculture whereas other sectors 10% in industry and 17% in service sector। और it shows the ਬੈਕਵਰਡਨੈਸ ਔਰ ਕਿਉਂਕਿ ਜ਼ਿਆਦਾ ਪਾਪੂਲੇਸ਼ਨ ਐਗਰੀਕਲਚਰ ਸੈਕਟਰ ਦੇ ਵਿੱਚ ਹੈ ਔਰ ਐਗਰੀਕਲਚਰ ਦੇ ਉੱਤੇ ਸਬਸਿਸਟੈਂਸ ਹੈ ਜਿਹੜੀ ਉਹ ਜ਼ਿਆਦਾ ਰਾਈਜ਼ ਕਰ ਜਾਂਦੀ ਹੈ। ਅਗਰ ਐਗਰੀਕਲਚਰ ਦੇ ਉੱਤੇ ਸਬਸਿਸਟੈਂਸ ਰਾਈਜ਼ ਕਰੇਗੀ ਤਾਂ ਸਾਡੀ ਬੈਕਵਰਡਨੈਸ ਨੂੰ ਸ਼ੋ ਕਰੇਗੀ ਕਿਉਂਕਿ ਐਗਰੀਕਲਚਰ ਸੈਕਟਰ ਦੇ ਵਿੱਚ ਪ੍ਰੋਡਕਸ਼ਨ ਉਨੀ ਹੈ ਨਹੀਂ ਹੈ ਪਰ ਜ਼ਿਆਦਾਤਰ ਲੋਕ ਡਿਪੈਂਡ ਐਗਰੀਕਲਚਰ ਸੈਕਟਰ ਦੇ ਉੱਤੇ ਸ਼ੋ ਕਰਦੇ ਆ। ਅਗਰ ਡਿਪੈਂਡੈਂਸ ਐਗਰੀਕਲਚਰ ਸੈਕਟਰ ਦੇ ਉੱਤੇ ਜ਼ਿਆਦਾ ਹੋਏਗੀ ਪ੍ਰੋਡਕਸ਼ਨ ਘੱਟ ਹੋਏਗੀ ਇਟ ਵਿਲ ਸ਼ੋ ਦਾ ਐਕਸਟ੍ਰੀਮ ਪੋਵਰਟੀ ਔਰ ਜਦੋਂ ਪੋਵਰਟੀ ਹੁੰਦੀ ਇਟ ਸ਼ੋਜ਼ ਦਾ ਬੈਕਵਰਡਨੈਸ ਆਫ ਦਾ ਇਕੋਨਮੀ। ਇਨਫਰਾਸਟਰਕਚਰ ਔਨ ਦੀ ਈਵ ਆਫ ਇੰਡੀਪੈਂਡੈਂਸ। ਸਾਡਾ ਜਿਹੜਾ ਇਨਫਰਾਸਟਰਕਚਰ ਇੰਡੀਪੈਂਡੈਂਸ ਦੇ ਟਾਈਮ ਦੇ ਉੱਤੇ ਕਿੱਦਾਂ ਦਾ ਸੀ? ਇਨਫਰਾਸਟਰਕਚਰ ਇਨਕਲੂਡਸ ਟੂ ਥਿੰਗਸ ਇਕਨੋਮਿਕ ਚੇਂਜ ਐਂਡ ਸੋਸ਼ਲ ਚੇਂਜ। ਇਕਨੋਮਿਕ ਚੇਂਜ ਜਦੋਂ ਸਾਡੇ ਮੀਨਸ ਆਫ ਟਰਾਂਸਪੋਰਟੇਸ਼ਨ ਕਮਿਊਨੀਕੇਸ਼ਨ ਬੈਂਕਿੰਗ ਪਾਵਰ ਐਨਰਜੀ ਜਦੋਂ ਇਹ ਵਾਲੇ ਐਲੀਮੈਂਟਸ ਦੇ ਵਿੱਚ ਕੋਈ ਚੇਂਜ ਆਉਂਦੀ ਹੈ these are the elements which recorded the infrastructure। ਅਸੀਂ ਇੱਥੇ ਇਨਫਰਾਸਟਰਕਚਰ ਨੂੰ ਰਿਕਾਰਡ ਕਰਦੇ ਹਾਂ ਇਹ ਸ਼ੋ ਕਰਦੇ ਆ ਕਿ ਸਾਡਾ ਇਨਫਰਾਸਟਰਕਚਰ ਕਿੱਦਾਂ ਦਾ। ਟਰਾਂਸਪੋਰਟੇਸ਼ਨ ਗੁੱਡ ਹੈ ਤਾਂ ਸਾਡਾ ਇਨਫਰਾਸਟਰਕਚਰ ਗੁੱਡ ਹੋਏਗਾ। ਕਮਿਊਨੀਕੇਸ਼ਨ ਬੈਂਕਿੰਗ ਪਾਵਰ ਐਨਰਜੀ ਐਂਡ ਸੋਸ਼ਲ ਚੇਂਜ ਵਿਚ ਸ਼ੋਜ਼ ਦਾ ਐਜੂਕੇਸ਼ਨਲ ਹੈਲਥ ਐਂਡ ਹਾਊਸਿੰਗ ਫੈਸਿਲਿਟੀਜ਼ ਕਿ ਸਾਡਾ ਐਜੂਕੇਸ਼ਨ ਸਿਸਟਮ ਕਿੱਦਾਂ ਦਾ ਹੈਲਥ ਕੇਅਰ ਸਿਸਟਮ ਕਿੱਦਾਂ ਦਾ ਉਹ ਸਾਡਾ ਸ਼ੋ ਕਰਦਾ ਸੋਸ਼ਲ ਚੇਂਜ ਨੂੰ। ਨੈਕਸਟ ਅਗਰ ਅਸੀਂ ਦੇਖੀਏ ਰੇਲਵੇਜ਼ ਐਟ ਦਾ ਈਵ ਆਫ ਇੰਡੀਪੈਂਡੈਂਸ ਸਾਡੇ ਕੋਲ ਇਨਫਰਾਸਟਰਕਚਰ ਕਿੱਦਾਂ ਦਾ ਸੀ ਜਾਂ ਰੇਲਵੇਜ਼ ਨੇ ਕਿੱਦਾਂ ਦਾ ਕੀਤਾ। ਅਗਰ ਅਸੀਂ ਦੇਖੀਏ ਤਾਂ ਸਾਡੇ ਕੋਲ ਰੇਲਵੇਜ਼ ਜਾਂ ਪੋਰਟਸ ਆ ਜਿਹੜੇ ਉਹ ਡਿਵੈਲਪ ਹੋਏ ਸੀ। ਰੇਲਵੇਜ਼ ਵਰ ਡਿਵੈਲਪ ਕਿਉਂ ਡਿਵੈਲਪ ਕੀਤੇ ਗਏ ਸੀ? ਫਿਨਿਸ਼ ਗੁੱਡਸ ਫਰੋਮ ਦਾ ਬ੍ਰਿਟੇਨ ਸਾਨੂੰ ਇਹ ਇੰਡੀਕੇਟ ਕਰਦੇ ਸੀ। ਰੇਲਵੇਜ਼ ਆ ਜਿਹੜੇ ਫਿਨਿਸ਼ ਗੁੱਡਸ ਫਰੋਮ ਦਾ ਬ੍ਰਿਟੇਨ ਟੂ ਦਾ ਇੰਟੀਰੀਅਰ ਆਫ ਦਾ ਕੋਲੋਨੀਅਲ ਇੰਡੀਆ ਦੇ ਇੰਟੀਰੀਅਰ ਤੱਕ ਗੁੱਡਸ ਨੂੰ ਲੈ ਕੇ ਆਉਣ ਦੇ ਲਈ ਵੇਅਰ ਐਜ਼ ਸਾਡੇ ਕੋਲ ਜਿਹੜਾ ਉਹ ਸੀ